Attention Outlook। ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਮੈਂਟ ਸੈਕਸ਼ਨ ਦੇ ਵਿੱਚ ਵਾਹਿਗੁਰੂ ਟਾਈਪ ਕਰਕੇ ਫਤਿਹ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਆਪਣੇ ਸੁਝਾਅ ਅਤੇ ਸਵਾਲ ਵੀ ਕਮੈਂਟ ਕਰ ਸਕਦੇ ਹੋ। ਤੁਹਾਡੇ ਸੁਝਾਵਾਂ ਦੇ ਉੱਤੇ ਕੰਮ ਕਰਨ ਦੀ ਅਤੇ ਤੁਹਾਡੇ ਸਵਾਲਾਂ ਦੇ ਛੇਤੀ ਤੋਂ ਛੇਤੀ ਜਵਾਬ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਜਾਏਗੀ। ਜਿਸ ਤਰ੍ਹਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 136ਵੇਂ ਅੰਗ ਦੀ ਵਿਆਖਿਆ ਦੇ ਦੌਰਾਨ ਜ਼ਿਕਰ ਕੀਤਾ ਸੀ ਕਿ ਇਸੇ ਹੀ ਅੰਗ ਤੋਂ ਦਿਨ ਰੈਣ ਦਾ ਇੱਕ ਛੋਟਾ ਜਿਹਾ 4 ਪੌੜੀਆਂ ਦਾ ਪਾਠ ਜੋ ਹੈ ਸ਼ੁਰੂ ਹੁੰਦਾ ਹੈ, ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 136ਵੇਂ ਅਤੇ 137ਵੇਂ ਅੰਗ ਤੇ ਵਿਰਾਜਮਾਨ ਹੈ। ਕਿਉਂਕਿ 12 ਮਾਹਾਂ ਦੇ ਪਾਠ ਦੀ ਸਮਾਪਤੀ ਹੋ ਰਹੀ ਸੀ ਤੇ ਇਸ ਪਾਠ ਦੀ ਸ਼ੁਰੂਆਤ ਹੋ ਰਹੀ ਸੀ, ਇਸ ਕਰਕੇ 136ਵੇਂ ਅੰਗ ਦੀ ਵਿਆਖਿਆ ਅਸੀਂ ਥੋੜ੍ਹੀ ਜਿਹੀ ਛੱਡ ਦਿੱਤੀ ਸੀ। ਸੋ ਹੁਣ ਆਪਾਂ ਉੱਥੋਂ ਹੀ ਸ਼ੁਰੂਆਤ ਕਰਦੇ ਹਾਂ, 136ਵੇਂ ਅੰਗ ਤੋਂ ਹੀ ਸ਼ੁਰੂਆਤ ਕਰਦੇ ਹਾਂ ਦਿਨ ਰੈਣ ਦੇ ਪਾਠ ਤੋਂ। ਮਾਝ ਮਹਿਲਾ ਪੰਜਵਾਂ। ਦਿਨ ਰੈਣ ਇੱਕ ਓੰਕਾਰ ਸਤਿਗੁਰ ਪ੍ਰਸਾਦ, ਸੇਵੀ ਸਤਿਗੁਰ ਆਪਣਾ ਹਰ ਸਿਮਰੀ ਦਿਨ ਸਭ ਰੈਣ, ਆਪ ਤਿਆਗ ਸਰਣੀ ਪਵਾਂ ਮੁਖ ਬੋਲ ਮਿਠੜੇ ਵੈਨ। ਇਸ ਪਾਠ ਦੀ ਬਾਣੀ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਕਲਮ ਦੇ ਵਿੱਚੋਂ ਉਕਰੀ ਹੋਈ ਹੈ। ਕਹਿੰਦੇ ਕਿ ਪ੍ਰਮਾਤਮਾ ਮੇਰੇ ਤੇ ਮਿਹਰ ਕਰੇ ਤਾਂ ਮੈਂ ਆਪਣੇ ਗੁਰੂ ਨੂੰ ਸੇਵਦੀ ਰਹਾਂ। ਹਰ ਦਿਨ ਹਰ ਰਾਤ ਮੇਰੀ ਜ਼ਿੰਦਗੀ ਦੀ ਉਸ ਪ੍ਰਮਾਤਮਾ ਦੇ ਸਿਮਰਨ ਦੇ ਵਿੱਚ ਗੁਜ਼ਰੇ। ਆਪ ਤਿਆਗ ਸਰਣੀ ਪਵਾਂ, ਕਿ ਮੈਂ ਆਪਣਾ ਆਪਾ ਭਾਵ ਤਿਆਗ ਕੇ ਆਪਣੇ ਅੰਦਰੋਂ ਹਉਮੈ ਅਤੇ ਹੰਕਾਰ ਨੂੰ ਮਾਰ ਕੇ ਉਸ ਸੱਚੇ ਗੁਰੂ ਦੀ ਸ਼ਰਣੀ ਪਵਾਂ। ਮੁਖ ਬੋਲੀ ਮਿੱਠੜੇ ਵੈਣ, ਆਪਦੇ ਮੂੰਹ ਦੇ ਵਿੱਚੋਂ ਮਿੱਠੇ ਬੋਲਾਂ ਦੇ ਨਾਲ ਉਸ ਸਤਿਗੁਰੂ ਅੱਗੇ ਅਰਦਾਸ ਕਰਾਂ ਕਿ ਜਨਮ ਜਨਮ ਕਾ ਵਿਛੜਿਆ ਹਰ ਮੇਲੋ ਸੱਜਣ ਸੈਣ। ਅਰਦਾਸ ਕਰਾਂ ਕਿ ਹੇ ਸਤਿਗੁਰੂ, ਉਹ ਸੱਜਣ ਪ੍ਰਭੂ ਜੋ ਮੇਰੇ ਤੋਂ ਜਨਮਾਂ ਜਨਮਾਂ ਦਾ ਵਿਛੜਿਆ ਹੋਇਆ ਹੈ, ਕਿਰਪਾ ਕਰਕੇ ਮੈਨੂੰ ਉਸ ਸੱਜਣ ਪ੍ਰਮਾਤਮਾ ਦੇ ਨਾਲ ਮਿਲਾ ਦੇ। ਜੋ ਜੀ ਹਰ ਤੇ ਵਿਛੜੇ ਸੇ ਸੁਖ ਨਾ ਵਸਨ ਭੈਣ, ਕਿ ਹੇ ਭੈਣ, ਜਿਹੜੇ ਜੀਵ ਉਸ ਪ੍ਰਮਾਤਮਾ ਤੋਂ ਉਸ ਹਰੀ ਤੋਂ ਵਿਛੜੇ ਹੋਏ ਨੇ ਉਹ ਸੁਖੀ ਨਹੀਂ ਵਸ ਸਕਦੇ। ਹੁਣ ਸਵਾਲ ਉੱਠ ਸਕਦਾ ਹੈ ਕਿ ਜੋ ਲੋਕ ਨਾਸਤਕ ਨੇ, ਜੋ ਪ੍ਰਮਾਤਮਾ ਦੇ ਵਿੱਚ ਵਿਸ਼ਵਾਸ ਨਹੀਂ ਕਰਦੇ ਪਰ ਫਿਰ ਵੀ ਇੰਨੇ ਸੁਖੀ ਵਸਦੇ ਨੇ, ਉਹ ਕਿੱਦਾਂ? ਕਿਉਂਕਿ ਗੁਰੂ ਜੀ ਤੇ ਕਹਿ ਰਹੇ ਨੇ ਕਿ ਜੋ ਜੀ ਹਰ ਤੇ ਵਿਛੜੇ ਸੇ ਸੁਖ ਨਾ ਵਸਨ ਭੈਣ। ਗੁਰੂ ਜੀ ਤੇ ਕਹਿ ਰਹੇ ਨੇ ਕਿ ਜਿਹੜੇ ਜੀਵ ਉਸ ਪ੍ਰਮਾਤਮਾ ਤੋਂ ਵਿਛੜੇ ਹੋਏ ਨੇ ਉਹ ਸੁਖੀ ਨਹੀਂ ਵਸ ਸਕਦੇ, ਤੇ ਜਿਹੜੇ ਨਾਸਤਕ ਨੇ ਉਹ ਤੇ ਉਸ ਪ੍ਰਮਾਤਮਾ ਨੂੰ ਮੰਨਦੇ ਹੀ ਨਹੀਂ, ਉਹ ਤੇ ਉਹਦੇ ਤੋਂ ਸਦਾ ਲਈ ਹੀ ਵਿਛੜੇ ਹੋਏ ਨੇ, ਫਿਰ ਉਹ ਸੁਖੀ ਕਿੱਦਾਂ ਵਸਦੇ ਨੇ? ਤਾਂ ਇਹਦੇ 'ਚ ਸਮਝਣ ਵਾਲੀ ਪਹਿਲੀ ਗੱਲ ਤੇ ਇਹ ਹੈ ਕਿ ਇਹ ਦੁਨਿਆਵੀ ਸੁੱਖ ਦੀ ਗੱਲ ਨਹੀਂ ਹੋ ਰਹੀ, ਮਾਨਸਿਕ ਸੁੱਖ ਦੀ ਗੱਲ ਹੋ ਰਹੀ ਹੈ ਕਿ ਤੁਹਾਡਾ ਮਨ ਜੋ ਹੈ ਉਹ ਸੁਖੀ ਹੈ ਜਾਂ ਨਹੀਂ। ਤੁਹਾਡਾ ਮਨ ਇੱਕ ਅਡੋਲਤਾ ਵਾਲੀ ਸਥਿਤੀ ਦੇ ਵਿੱਚ ਪਹੁੰਚ ਚੁੱਕਿਆ ਹੈ ਜਾਂ ਨਹੀਂ। ਤੇ ਪਰਮਾਤਮਾ ਦੇ ਨਾਲ ਮਿਲਾਪ ਦਾ ਸਭ ਤੋਂ ਵੱਡਾ ਜੋ ਸੰਕੇਤ ਹੈ ਉਹ ਇਹ ਹੈ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਹੋਣ ਵਾਲੀ ਹਰ ਛੋਟੀ ਵੱਡੀ ਘਟਨਾ ਨੂੰ ਤੁਸੀਂ ਉਸ ਪਰਮਾਤਮਾ ਦੀ ਮਰਜ਼ੀ ਸਮਝਦੇ ਹੋ। ਹੁਣ ਜਿਹੜੇ ਨਾਸਤਕ ਲੋਕ ਨੇ, ਜਿਹੜੇ ਪਰਮਾਤਮਾ ਨੂੰ ਨਹੀਂ ਮੰਨਦੇ, ਹੋ ਸਕਦਾ ਉਹ ਪਰਮਾਤਮਾ ਸ਼ਬਦ ਯੂਜ਼ ਨਾ ਕਰਨ, ਹੋ ਸਕਦਾ ਪਰਮਾਤਮਾ ਸ਼ਬਦ ਦਾ ਇਸਤੇਮਾਲ ਉਹ ਨਾ ਕਰਨ, ਪਰ ਆਪਣੀ ਜ਼ਿੰਦਗੀ ਦੇ ਵਿੱਚ ਹੋਣ ਵਾਲੀਆਂ ਛੋਟੀਆਂ ਵੱਡੀਆਂ ਚੰਗੀਆਂ ਮਾੜੀਆਂ ਘਟਨਾਵਾਂ ਨੂੰ ਦਰਸਾਉਣ ਦੇ ਲਈ ਕੋਈ ਨਾ ਕੋਈ ਲਫ਼ਜ਼ ਜ਼ਰੂਰ ਵਰਤਦੇ ਹੋਣਗੇ। ਬੇਸ਼ੱਕ ਉਹ ਕੁਦਰਤ ਹੋਵੇ ਕਿ ਕੁਦਰਤ ਦੀ ਮਰਜ਼ੀ ਸੀ, ਬੇਸ਼ੱਕ ਉਹ ਸਿਰਫ ਇੰਨਾ ਹੀ ਕਹਿਣਾ ਹੋਵੇ ਕਿ ਇਹ ਮੇਰੇ ਹੱਥ ਵੱਸ ਨਹੀਂ ਸੀ, ਜੋ ਹੋਣਾ ਸੀ ਉਹ ਹੋ ਗਿਆ, ਜੋ ਹੋਣਾ ਸੀ ਉਹ ਹੋਣਾ ਹੀ ਸੀ, ਮੈਂ ਉਸ ਨੂੰ ਬਦਲ ਨਹੀਂ ਸਕਦਾ ਸੀ। ਇਹ ਗੱਲ ਵੀ ਦਰਸਾਉਂਦੀ ਹੈ ਕਿ ਉਹ ਮਾਨਸਿਕ ਤੌਰ ਤੇ ਉਸ ਸਥਿਤੀ ਦੇ ਵਿੱਚ ਅਡੋਲ ਨੇ, ਉਹਨਾਂ ਨੂੰ ਕੋਈ ਦੁੱਖ ਨਹੀਂ ਵਿਆਪ ਰਿਹਾ, ਉਹ ਸੁਖੀ ਨੇ, ਪਰ ਉਹਨਾਂ ਨੇ ਪਰਮਾਤਮਾ ਦਾ ਨਾਮ ਵੀ ਨਹੀਂ ਲਿਆ। ਉਹ ਨਾਸਤਕ ਹੁੰਦੇ ਹੋਏ ਵੀ ਸੁਖੀ ਨੇ। ਉਂਝ ਵੀ ਜੇਕਰ ਅਸੀਂ ਨਾਸਤਕ ਸ਼ਬਦ ਨੂੰ ਖੋਲ੍ਹ ਕੇ ਵੇਖੀਏ ਕਿ ਇਸ ਸ਼ਬਦ ਦਾ ਅਸਲ ਦੇ ਵਿੱਚ ਅਰਥ ਕੀ ਬਣਦਾ ਹੈ, ਤਾਂ ਉਹ ਇਹ ਹੈ ਕਿ ਉਹ ਮਨੁੱਖ ਜੋ ਪਰਮਾਤਮਾ ਤੋਂ ਆਸ ਨਹੀਂ ਰੱਖਦਾ, ਜੋ ਪਰਮਾਤਮਾ ਅੱਗੇ ਅਰਦਾਸ ਨਹੀਂ ਕਰਦਾ ਤੇ ਫਿਰ ਉਸ ਤੋਂ ਆਸ ਨਹੀਂ ਰੱਖਦਾ ਕਿ ਮੈਨੂੰ ਜੋ ਮੈਂ ਅਰਦਾਸ ਦੇ ਵਿੱਚ ਮੰਗਿਆ ਹੈ ਉਹ ਮਿਲ ਜਾਏਗਾ, ਉਹ ਮਨੁੱਖ ਉਸ ਪਰਮਾਤਮਾ ਦੀ ਮਰਜ਼ੀ ਦੇ ਵਿੱਚ ਵਿਸ਼ਵਾਸ ਜ਼ਰੂਰ ਰੱਖਦਾ ਹੈ। ਉਹਨੂੰ ਪਤਾ ਹੈ ਕਿ ਉਹ ਮੇਰੀਆਂ ਅਰਦਾਸਾਂ ਕੀਤਿਆਂ, ਮੇਰੀ ਗੱਲ ਸੁਣ ਕੇ ਮੈਨੂੰ ਉਹ ਚੀਜ਼ਾਂ ਬਖਸ਼ਣ ਵਾਲਾ ਨਹੀਂ ਹੈ,
ਉਹਨੇ ਮੇਰੀਆਂ ਅਰਦਾਸਾਂ ਤੋਂ ਬਿਨਾਂ ਹੀ ਜੋ ਕੁਝ ਮੈਨੂੰ ਦੇ ਰੱਖਿਆ ਹੈ ਉਹ ਮੇਰੇ ਲਈ ਕਾਫੀ ਹੈ। ਤੇ ਨਾਸਤਿਕ ਮਨੁੱਖ ਜਿਹੜੇ ਨੇ ਉਹ ਸੁਭਾਵਿਕ ਤੌਰ ਤੇ ਹੀ ਮਾਨਸਿਕ ਤੌਰ ਤੇ ਜ਼ਿਆਦਾ ਸਟਰੋਂਗ ਹੁੰਦੇ ਨੇ, ਜ਼ਿਆਦਾ ਸਥਿਰ ਹੁੰਦੇ ਨੇ, ਕਿਉਂਕਿ ਜੋ ਇੱਕ ਆਸਤਿਕ ਮਨੁੱਖ ਹੈ ਉਹ ਬਹੁਤ ਵਾਰ ਅਜਿਹਾ ਕਰਦਾ ਹੈ ਕਿ ਮੁਸੀਬਤਾਂ ਦੇ ਵਿੱਚ ਡੋਲ ਜਾਂਦਾ ਹੈ, ਡੋਲ ਕੇ ਫਿਰ ਉਸ ਪ੍ਰਮਾਤਮਾ ਦੇ ਅੱਗੇ ਅਰਦਾਸਾਂ ਕਰਨ ਲੱਗ ਜਾਂਦਾ ਹੈ। ਮੁਸੀਬਤ ਦੇ ਵਿੱਚੋਂ ਬਾਹਰ ਨਿਕਲਣ ਦੇ ਰਸਤੇ ਬਾਰੇ ਨਹੀਂ ਸੋਚਦਾ, ਤੇ ਉਹ ਜਿੰਨਾ ਸਮਾਂ ਆਪਣੀਆਂ ਅਰਦਾਸਾਂ ਦੇ ਵਿੱਚ ਗੁਜ਼ਾਰ ਰਿਹਾ ਹੈ ਓਨਾ ਹੀ ਸਮਾਂ ਜੇਕਰ ਉਹ ਮੁਸੀਬਤ 'ਚੋਂ ਬਾਹਰ ਨਿਕਲਣ ਦੇ ਪ੍ਰਯਾਸ ਦੇ ਉੱਤੇ ਲਗਾਵੇ ਤਾਂ ਸ਼ਾਇਦ ਬਾਹਰ ਨਿਕਲ ਵੀ ਆਵੇ। ਉੱਥੇ ਹੀ ਜਿਹੜਾ ਨਾਸਤਿਕ ਮਨੁੱਖ ਹੈ ਅਰਦਾਸਾਂ ਕਰਨ ਦੀ ਬਜਾਏ ਮੁਸੀਬਤ ਦੇ ਵਿੱਚੋਂ ਬਾਹਰ ਨਿਕਲਣ ਦੇ ਰਸਤੇ ਦੇ ਬਾਰੇ ਸੋਚੇਗਾ। ਉਹ ਮੁਸੀਬਤ ਬਾਰੇ ਵੀ ਨਹੀਂ ਸੋਚੇਗਾ, ਉਹ ਉਹਦੇ ਹੱਲ ਬਾਰੇ ਸੋਚੇਗਾ। ਉਹ ਵੀ ਇੱਕ ਕਾਰਨ ਹੈ ਕਿ ਮਾਨਸਿਕ ਤੌਰ ਤੇ ਉਹ ਸਥਿਰ ਰਹਿ ਸਕਦੇ ਨੇ। ਸੋ ਮੇਰਾ ਖਿਆਲ ਹੈ ਕਿ ਇਸ ਇੱਕ ਪੰਕਤੀ ਤੇ ਹੀ ਆਪਾਂ ਕਾਫੀ ਸਮਾਂ ਗੁਜ਼ਾਰ ਦਿੱਤਾ ਹੈ। ਹੁਣ ਅੱਗੇ ਵੱਧਦੇ ਹਾਂ। ਹਰ ਪਿਰਵਿਨ ਚੈਨ ਨਾ ਪਾਈਐ, ਖੋਜ ਡਿਠੈ ਸਭ ਗੈਨ। ਗੈਨ ਤੋਂ ਭਾਵ ਆਸਮਾਨ, ਆਕਾਸ਼। ਗੁਰੂ ਜੀ ਕਹਿੰਦੇ ਕਿ ਮੈਂ ਸਾਰਾ ਆਕਾਸ਼ ਵੀ ਖੋਜ ਕੇ ਵੇਖ ਲਿਆ ਹੈ। ਮੈਨੂੰ ਉਸ ਪਰਮਾਤਮਾ ਦੇ ਮਿਲਾਪ ਤੋਂ ਬਿਨਾਂ ਆਤਮਿਕ ਸੁੱਖ ਕਿਤੇ ਹੋਰ ਨਹੀਂ ਮਿਲਦਾ। ਹਰ ਪਿਰਵਿਨ ਚੈਨ ਨਾ ਪਾਈਐ, ਆਪ ਕਮਾਣਾ ਵਿਛੜੀ, ਦੋਸ ਨਾ ਕਾਹੂ ਦੇਣ। ਆਪ ਕਮਾਣਾ ਭਾਵ ਆਪਣੇ ਕੀਤੇ ਕਰਮਾਂ ਅਨੁਸਾਰ। ਕਹਿੰਦੇ ਕਿ ਮੈਂ ਆਪਣੇ ਕੀਤੇ ਕਰਮਾਂ ਦੇ ਕਰਕੇ ਹੀ ਉਸ ਪਰਮਾਤਮਾ ਦੇ ਨਾਲੋਂ ਵਿਛੜੀ ਹੋਈ ਹਾਂ, ਕਿਉਂਕਿ ਇਹ ਸਾਰੀਆਂ ਪੰਕਤੀਆਂ ਜੋ ਨੇ ਇੱਕ ਜੀਵ ਇਸਤਰੀ ਦੇ ਸੰਦਰਭ 'ਚੋਂ ਲਿਖੀਆਂ ਗਈਆਂ ਨੇ। ਸੋ ਗੁਰੂ ਜੀ ਕਹਿੰਦੇ ਕਿ ਮੈਂ ਆਪਣੇ ਕੀਤੇ ਕਰਮਾਂ ਦੇ ਅਨੁਸਾਰ ਉਸ ਪਰਮਾਤਮਾ ਨਾਲੋਂ ਵਿਛੜੀ ਹੋਈ ਹਾਂ। ਦੋਸ ਨਾ ਕਾਹੂ ਦੇਣ, ਮੈਂ ਇਹਦੇ ਲਈ ਕਿਸੇ ਹੋਰ ਨੂੰ ਦੋਸ਼ੀ ਨਹੀਂ ਠਹਿਰਾ ਸਕਦੀ, ਕਿਸੇ ਹੋਰ ਨੂੰ ਦੋਸ਼ ਨਹੀਂ ਦੇ ਸਕਦੀ। ਕਰ ਕਿਰਪਾ ਪ੍ਰਭ ਰਾਖ ਲਿਓ, ਹੋਰ ਨਾਹੀ ਕਰਨ ਕਰੇਣ। ਉਸ ਪਰਮਾਤਮਾ ਦੇ ਅੱਗੇ ਅਰਜ਼ੋਈ ਕਰਦੇ ਨੇ ਕਿ ਹੇ ਪਰਮਾਤਮਾ ਮੇਰੇ ਤੇ ਕਿਰਪਾ ਕਰ, ਮੇਰੀ ਰੱਖਿਆ ਕਰ। ਹੋਰ ਨਾਹੀ ਕਰਨ ਕਰੇਣ, ਮੈਨੂੰ ਤੇਰੇ ਤੋਂ ਬਿਨਾਂ ਹੋਰ ਕੋਈ ਵੀ ਕੁਝ ਕਰਨ ਕਰਵਾਉਣ ਦੀ ਸਮਰੱਥਾ ਵਾਲਾ ਨਹੀਂ ਦਿਖਦਾ। ਹਰ ਤੁਧ ਬਿਨ ਖਾਕੂ ਰੂਲਣਾ, ਕਹੀਆ ਕਿੱਥੈ ਵੈਣ। ਕਹਿੰਦੇ ਕਿ ਤੇਰੇ ਤੋਂ ਬਿਨਾਂ, ਤੇਰੇ ਸਹਾਰੇ ਤੋਂ ਬਿਨਾਂ ਤਾਂ ਮਿੱਟੀ ਵਿੱਚ ਰੁਲ ਜਾਈਦਾ, ਤੇ ਇਸ ਦੁੱਖ ਦੇ ਕੀਰਨੇ ਵੀ ਹੋਰ ਕਿਹਦੇ ਕੋਲ ਦੱਸੀਏ। ਨਾਨਕ ਕੀ ਬੇਨੰਤੀਆਂ, ਹਰ ਸੁਰਜਨ ਦੇਖਾ ਨੈਣ। ਕਹਿੰਦੇ ਕਿ ਨਾਨਕ ਦੀ ਇਹ ਬੇਨਤੀ ਹੈ ਕਿ ਕਿਸੇ ਤਰ੍ਹਾਂ ਪਰਮਾਤਮਾ ਉਹਦੇ ਤੇ ਮਿਹਰ ਕਰੇ ਤੇ ਉਹ ਆਪਣੇ ਅੱਖੀਂ ਉਸ ਉੱਤਮ ਪੁਰਖ ਪਰਮਾਤਮਾ ਦਾ ਦਰਸ਼ਨ ਕਰ ਸਕੇ। ਜੀ ਕੀ ਬਿਰਥਾ ਸੋ ਸੁਣੇ, ਹਰ ਸਮਰਥ ਪੁਰਖ ਅਪਾਰ। ਉਹ ਹਰੀ ਜੋ ਸਮਰੱਥ ਹੈ, ਸਭ ਕੁਝ ਕਰਨ ਦੇ, ਸਭ ਤਾਕਤਾਂ ਦਾ ਮਾਲਕ ਹੈ, ਸਭ ਦੇ ਵਿੱਚ ਵਿਆਪਕ ਹੈ, ਉਹੀ ਸਾਡੇ ਜੀ ਦੀ ਵਿਰਥਾ ਸੁਣ ਸਕਦਾ ਹੈ। ਉਹੀ ਸਾਡੀ ਜਿੰਦ ਦਾ ਦੁੱਖ ਸੁਣ ਸਕਦਾ ਹੈ, ਸਾਡੀ ਪੀੜ ਨੂੰ ਸੁਣ ਸਮਝ ਸਕਦਾ ਹੈ। ਮਰਨ ਜੀਵਨ ਆਰਾਧਨਾ ਸਭਨਾ ਕਾ ਆਧਾਰ। ਉਹ ਪਰਮਾਤਮਾ ਜੋ ਸਾਰੇ ਜੀਵਾਂ ਦਾ ਆਧਾਰ ਹੈ, ਸਾਰੇ ਜੀਵਾਂ ਦਾ ਆਸਰਾ ਹੈ, ਉਸ ਨੂੰ ਹਰ ਵਕਤ ਸਾਰੀ ਉਮਰ ਆਰਾਧਨਾ ਚਾਹੀਦਾ ਹੈ। ਸਸੁਰੈ ਪਈਐ ਤਿਸ ਕੰਤ ਕੀ, ਵੱਡਾ ਜਿਸ ਪਰਿਵਾਰ। ਉਹ ਕੰਤ, ਉਹ ਪਰਮਾਤਮਾ ਜਿਹਦਾ ਕਿ ਵੱਡਾ ਪਰਿਵਾਰ ਹੈ। ਸਾਰੀ ਹੀ ਸ੍ਰਿਸ਼ਟੀ ਉਸ ਪਰਮਾਤਮਾ ਦਾ ਪਰਿਵਾਰ ਹੈ, ਤਾਂ ਅਸੀਂ ਸੋਚ ਸਕਦੇ ਹਾਂ ਕਿ ਕਿੱਡਾ ਵੱਡਾ ਉਸ ਪਰਮਾਤਮਾ ਦਾ ਪਰਿਵਾਰ ਹੈ। ਤੇ ਗੁਰੂ ਜੀ ਕਹਿੰਦੇ ਕਿ ਜਿਹੜੀ ਜੀਵ ਇਸਤਰੀ ਨੂੰ ਉਸ ਪਰਮਾਤਮਾ ਦਾ ਆਸਰਾ ਹੈ, ਉਹ ਸਹੁਰੇ ਘਰ ਵਿੱਚ ਵੀ ਤੇ ਪੇਕੇ ਘਰ ਵਿੱਚ ਵੀ ਸੁਖੀ ਵਸਦੀ ਹੈ। ਸਹੁਰੇ ਘਰ ਭਾਵ ਪਰਲੋਕ ਤੇ ਪੇਕੇ ਘਰ ਭਾਵ ਲੋਕ। ਉਸ ਨੂੰ ਲੋਕ ਪਰਲੋਕ ਦੇ ਵਿੱਚ ਸੁੱਖ ਹਾਸਲ ਹੁੰਦਾ ਹੈ। ਉੱਚਾ ਅਗਮ ਅਗਾਧ ਬੋਧ, ਕਿਛ ਅੰਤ ਨਾ ਪਾਰਾਵਾਰ। ਉਹ ਪਰਮਾਤਮਾ ਸਭ ਤੋਂ ਉੱਚਾ ਹੈ। ਅਗਮ ਭਾਵ ਅਪਹੁੰਚ ਹੈ, ਅਗਾਧ ਬੋਧ ਭਾਵ ਅਥਾਹ ਗਿਆਨ ਦਾ ਮਾਲਕ ਹੈ। ਕਿਛ ਅੰਤ ਨਾ ਪਾਰਾਵਾਰ, ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ, ਉਸ ਦੇ ਗੁਣਾਂ ਦਾ ਅੰਤ ਨਹੀਂ ਲੱਭਿਆ ਜਾ ਸਕਦਾ, ਉਰਲਾ ਪਰਲਾ ਬੰਨਾ ਨਹੀਂ ਲੱਭਿਆ ਜਾ ਸਕਦਾ। ਸੇਵਾ ਸਾ ਤਿਸ ਭਾਵਸੀ, ਸੰਤਾਂ ਕੀ ਹੋਏ ਸ਼ਾਰ। ਉਸ ਪਰਮਾਤਮਾ ਨੂੰ ਉਹੀ ਸੇਵਾ ਚੰਗੀ ਲੱਗਦੀ ਹੈ ਜਿਹੜੀ ਉਸ ਦੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣ ਕੇ ਕੀਤੀ ਜਾਏ। ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣਨ ਤੋਂ ਭਾਵ ਇਹ ਹੈ ਕਿ ਅਸੀਂ ਆਪਣੇ ਆਪ ਨੂੰ ਬਹੁਤ ਛੋਟਾ ਕਰ ਲਿਆ ਹੈ, ਅਸੀਂ ਆਪਣਾ ਆਪਾ ਭਾਵ ਖਤਮ ਕਰ ਲਿਆ ਹੈ। ਆਪਦੇ ਆਪ ਦੇ ਲਈ ਅਸੀਂ ਤੁੱਛ ਹੋ ਗਏ ਹਾਂ, ਇੰਨੇ ਜ਼ਿਆਦਾ ਹੋ ਗਏ ਹਾਂ ਤੁੱਛ ਕਿ ਅਸੀਂ ਆਪਣੀ ਜ਼ਿੰਦਗੀ ਦਾ ਸਾਰਾ ਹੀ ਕੰਟਰੋਲ ਜੋ ਹੈ ਉਸ ਪਰਮਾਤਮਾ ਦੇ ਹੱਥ ਵਿੱਚ ਦੇ ਦਿੱਤਾ ਹੈ।
ਦੀਨਾਨਾਥ ਦਇਆਲ ਦੇਵ ਪਤਿਤ ਉਦਾਹਰਨਹਾਰ। ਉਦਾਹਰਨਹਾਰ ਭਾਵ ਕਿ ਵਿਕਾਰਾਂ ਤੋਂ ਬਚਾਉਣ ਵਾਲਾ। ਗੁਰੂ ਜੀ ਕਹਿੰਦੇ ਕਿ ਉਹ ਦੀਨ ਦੁਖੀਆਂ ਦਾ ਸਹਾਰਾ ਹੈ। ਉਹ ਪ੍ਰਮਾਤਮਾ, ਉਹ ਦਇਆਲੂ ਪ੍ਰਮਾਤਮਾ ਦੀਨ ਦੁਖੀਆਂ ਦਾ ਸਹਾਰਾ ਹੈ, ਵਿਕਾਰਾਂ ਤੋਂ ਬਚਾਉਣ ਵਾਲਾ ਹੈ। ਆਦ ਜੁਗਾਦੀ ਰੱਖਦਾ ਸੱਚ ਨਾਮ ਕਰਤਾਰ। ਉਸ ਪ੍ਰਮਾਤਮਾ ਦਾ ਨਾਮ ਆਦ ਤੋਂ ਹੀ, ਬਹੁਤ ਪੁਰਾਣੇ ਸਮੇਂ ਤੋਂ ਹੀ ਜੀਵਾਂ ਦੀ ਰੱਖਿਆ ਕਰਦਾ ਆ ਰਿਹਾ ਹੈ ਤੇ ਉਹਦਾ ਨਾਮ ਸਦਾ ਕਾਇਮ ਰਹਿਣ ਵਾਲਾ ਹੈ। ਕੀਮਤ ਕੋਏ ਨਾ ਜਾਣਈ ਕੋ ਨਾਹੀ ਤੋਲਣਹਾਰ। ਕੋਈ ਵੀ ਜੀਵ ਨਾ ਤਾਂ ਉਸ ਪ੍ਰਮਾਤਮਾ ਦਾ ਮੁੱਲ ਪਾ ਸਕਦਾ ਹੈ ਤੇ ਨਾ ਹੀ ਉਸ ਦੀ ਹਸਤੀ ਦਾ ਅੰਦਾਜ਼ਾ ਲਾ ਸਕਦਾ ਹੈ। ਮਨ ਤਨ ਅੰਤਰ ਵਸ ਰਹੇ ਨਾਨਕ ਨਹੀਂ ਸੁਮਾਰ। ਦਿਨ ਰੈਣ ਜੇ ਪ੍ਰਭ ਕਉ ਸੇਵਦੇ ਤਿਨ ਕੈ ਸਦ ਬਲਿਹਾਰ। ਸੁਮਾਰ ਤੋਂ ਭਾਵ ਹੈ ਗਿਣਤੀ, ਕਿ ਉਸ ਪ੍ਰਮਾਤਮਾ ਦੇ ਗੁਣ ਜੋ ਹਰ ਜੀਵ ਦੇ ਮਨ ਅਤੇ ਤਨ ਦੇ ਅੰਦਰ ਵਸ ਰਹੇ ਨੇ, ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਨਾਨਕ ਉਹਨਾਂ ਤੋਂ ਕੁਰਬਾਨ ਜਾਂਦਾ ਹੈ ਜਿਹੜੇ ਦਿਨ ਰਾਤ ਉਸ ਪ੍ਰਮਾਤਮਾ ਨੂੰ ਸੇਵਦੇ ਰਹਿੰਦੇ ਹਨ। ਸੰਤ ਅਰਾਧਨ ਸਦ ਸਦਾ ਸਭਨਾ ਕਾ ਬਖਸ਼ਿੰਦ। ਜੀਉ ਪਿੰਡ ਜਿਨ ਸਾਜਿਆ ਕਰ ਕਿਰਪਾ ਦਿੱਤਨ ਜਿੰਦ। ਉਹ ਪ੍ਰਮਾਤਮਾ ਜਿਸ ਨੂੰ ਕਿ ਸੰਤ ਜਨ ਸਦਾ ਆਰਾਧਦੇ ਰਹਿੰਦੇ ਹਨ, ਜਿਹੜਾ ਕਿ ਸਭਨਾ ਕਾ ਬਖਸ਼ਿੰਦ ਭਾਵ ਸਭਨਾ ਨੂੰ ਬਖਸ਼ਣ ਵਾਲਾ ਹੈ, ਸਭਨਾ ਦੇ ਪਾਪ ਬਖਸ਼ਣ ਵਾਲਾ ਹੈ। ਜੀਉ ਪਿੰਡ ਜਿਨ ਸਾਜਿਆ। ਜੀਉ ਤੋਂ ਭਾਵ ਜੀਵ ਆਤਮਾ ਜੋ ਸਾਡੇ ਸਰੀਰ ਦੇ ਅੰਦਰ ਜਿੰਦ ਹੈ, ਤੇ ਪਿੰਡ ਤੋਂ ਭਾਵ ਸਾਡਾ ਸਰੀਰ। ਇਹ ਆਤਮਾ ਤੇ ਸਰੀਰ ਜਿਸ ਪ੍ਰਮਾਤਮਾ ਨੇ ਸਾਜਿਆ ਹੈ, ਜਿਨੇ ਕਿਰਪਾ ਕਰਕੇ ਸਾਨੂੰ ਜੀਵਨ ਦਿੱਤਾ ਹੈ। ਗੁਰ ਸ਼ਬਦੀ ਆਰਾਧੀਐ ਜਪੀਐ ਨਿਰਮਲ ਮੰਤ। ਕਿ ਉਸ ਪ੍ਰਮਾਤਮਾ ਨੇ ਜਿਨੇ ਇਹਨਾਂ ਸਭ ਕੁਝ ਕੀਤਾ ਹੈ, ਉਸ ਨੂੰ ਗੁਰੂ ਦੇ ਸ਼ਬਦਾਂ ਦੇ ਲੜ ਲੱਗ ਕੇ ਸਿਮਰਨਾ ਚਾਹੀਦਾ ਹੈ। ਉਹਦਾ ਨਾਮ ਸਿਮਰਨ ਨਾਲ ਸਾਡੀ ਮਤ ਜੋ ਹੈ ਉਹ ਨਿਰਮਲ ਹੋ ਜਾਂਦੀ ਹੈ, ਪਵਿੱਤਰ ਹੋ ਜਾਂਦੀ ਹੈ। ਕੀਮਤ ਕਹਿਣ ਨਾ ਜਾਈਐ ਪਰਮੇਸ਼ਰ ਬੇਅੰਤ। ਕਿ ਉਹ ਪ੍ਰਮਾਤਮਾ ਬੇਅੰਤ ਹੈ, ਉਹਦਾ ਅੰਤ ਪਾਇਆ ਨਹੀਂ ਜਾ ਸਕਦਾ, ਉਹਦੀ ਕੀਮਤ ਕਹੀ ਨਹੀਂ ਜਾ ਸਕਦੀ। ਜਿਸ ਮਨ ਵਸੈ ਨਾਰਾਇਣੋ ਸੋ ਕਹੀਐ ਭਗਵੰਤ। ਭਗਵੰਤ ਤੋਂ ਭਾਵ ਭਾਗਾਂ ਵਾਲਾ। ਗੁਰੂ ਜੀ ਕਹਿੰਦੇ ਕਿ ਜਿਹਦੇ ਮਨ ਦੇ ਵਿੱਚ ਉਹ ਨਾਰਾਇਣ, ਉਹ ਪ੍ਰਮਾਤਮਾ ਵਸਿਆ ਹੋਇਆ ਹੈ, ਉਸ ਨੂੰ ਭਾਗਾਂ ਵਾਲਾ ਮਨੁੱਖ ਸਮਝਿਆ ਜਾ ਸਕਦਾ ਹੈ। ਜੀ ਕੀ ਲੋਚਾ ਪੂਰੀ ਹੈ ਮਿਲੈ ਸੁਆਮੀ ਕੰਤ। ਉਸ ਮਨੁੱਖ ਦੀਆਂ ਮਨ ਦੀਆਂ ਸਾਰੀਆਂ ਲੋੜਾਂ ਪੂਰੀਆਂ ਹੋ ਜਾਂਦੀਆਂ ਹਨ। ਜੀ ਕੀ ਲੋਚਾ ਤੋਂ ਭਾਵ ਮਨ ਦੀਆਂ ਤਾਂਘਾਂ ਪੂਰੀਆਂ ਹੋ ਜਾਂਦੀਆਂ ਹਨ, ਜਿਸ ਨੂੰ ਕੀ ਮਿਲੈ ਸੁਆਮੀ ਕੰਤ, ਜਿਸ ਨੂੰ ਉਹ ਪ੍ਰਮਾਤਮਾ ਮਿਲ ਜਾਂਦਾ ਹੈ। ਨਾਨਕ ਜੀਵੈ ਜਪ ਹਰੀ ਦੋਖ ਸਵੇ ਹੀ ਹੰਤ। ਨਾਨਕ ਉਸ ਹਰੀ ਨੂੰ, ਉਸ ਪ੍ਰਮਾਤਮਾ ਦਾ ਨਾਮ ਜਪ ਕੇ ਜਿਉਂਦਾ ਹੈ, ਜਿਸ ਦਾ ਨਾਮ ਜਪਿਆਂ ਕਿ ਸਾਰੇ ਹੀ ਦੁੱਖ ਹੰਤ ਹੋ ਜਾਂਦੇ ਹਨ, ਨਾਸ਼ ਹੋ ਜਾਂਦੇ ਹਨ। ਦਿਨ ਰੈਣ ਜਿਸ ਨਾ ਵਿਸਰੈ ਸੋ ਹਰਿਆ ਹੋਵੈ ਜੰਤ। ਜਿਵੇਂ ਕਿ ਜੇਕਰ ਕਿਸੇ ਪੌਦੇ ਨੂੰ ਪਾਣੀ ਮਿਲਦਾ ਰਹੇ ਤਾਂ ਉਹ ਹਰਾ ਰਹਿੰਦਾ ਹੈ, ਈਵਨ ਕਿ ਸੁੱਕਿਆ ਹੋਇਆ ਪੌਦਾ ਵੀ ਹਰਾ ਹੋ ਸਕਦਾ ਹੈ। ਉਸੇ ਤਰ੍ਹਾਂ ਹੀ ਗੁਰੂ ਜੀ ਕਹਿੰਦੇ ਕਿ ਦਿਨ ਰੈਣ ਜਿਸ ਨਾ ਵਿਸਰੈ, ਕਿ ਜਿਸ ਨੂੰ ਉਹ ਪ੍ਰਮਾਤਮਾ ਦਿਨ ਰਾਤ ਯਾਦ ਰਹਿੰਦਾ ਹੈ, ਵਿਸਰਦਾ ਨਹੀਂ ਹੈ, ਸੋ ਹਰਿਆ ਹੋਵੈ ਜੰਤ। ਉਸ ਦੀ ਜਿੰਦ, ਉਹ ਜੀਵ ਜੋ ਹੈ ਹਰਿਆ ਭਰਿਆ ਹੋ ਜਾਂਦਾ ਹੈ, ਉਸ ਨੂੰ ਆਤਮਿਕ ਜੀਵਨ ਹਾਸਲ ਹੋ ਜਾਂਦਾ ਹੈ। ਸਰਵ ਕਲਾ ਪ੍ਰਭ ਪੂਰਨੋ ਮੰਝ ਨਿਮਾਣੀ ਥਾਓ। ਹਰ ਓਟ ਗਹੀ ਮਨ ਅੰਦਰੇ ਜਪ ਜਪ ਜੀਵਾ ਨਾਓ। ਸਰਵ ਕਲਾ ਪੂਰਨੋ ਭਾਵ ਕਿ ਸਾਰੀਆਂ ਸ਼ਕਤੀਆਂ ਦਾ ਮਾਲਕ, ਸਾਰੀਆਂ ਸ਼ਕਤੀਆਂ ਦੇ ਨਾਲ ਭਰਪੂਰ। ਗੁਰੂ ਜੀ ਕਹਿੰਦੇ ਕਿ ਹੇ ਪ੍ਰਮਾਤਮਾ, ਤੂੰ ਸਾਰੀਆਂ ਸ਼ਕਤੀਆਂ ਦੇ ਨਾਲ ਭਰਪੂਰ ਹੈ ਤੇ ਮੰਝ ਨਿਮਾਣੀ ਥਾਓ। ਮੰਝ ਤੋਂ ਭਾਵ ਕਿ ਮੇਰੀ ਨਿਮਾਣੀ ਜਿਹੀ ਜਿੰਦ ਦਾ ਤੂੰ ਵੀ ਆਸਰਾ ਹੈ। ਮੈਂ ਆਪਣੇ ਮਨ ਦੇ ਵਿੱਚ ਤੇਰੀ ਓਟ, ਤੇਰਾ ਆਸਰਾ ਲਿਆ ਹੋਇਆ ਹੈ। ਤੇਰਾ ਨਾਮ ਜਪ ਜਪ ਕੇ ਮੇਰੇ ਅੰਦਰ ਆਤਮਿਕ ਜੀਵਨ ਪੈਦਾ ਹੁੰਦਾ ਹੈ। ਕਰ ਕਿਰਪਾ ਪ੍ਰਭ ਆਪਣੀ ਜਨ ਧੂੜੀ ਸੰਗ ਸਮਾਓ। ਜਿਉ ਤੂੰ ਰਾਖੈ ਤਿਉ ਰਹਾ ਤੇਰਾ ਦਿੱਤਾ ਪੈਨਾ ਖਾਓ। ਕਿ ਹੇ ਪ੍ਰਮਾਤਮਾ, ਮੇਰੇ ਤੇ ਮਿਹਰ ਕਰ ਕਿ ਮੈਂ ਤੇਰੇ ਸੰਤ ਜੜਾਂ ਦੇ ਚਰਨਾਂ ਦੀ ਧੂੜ ਦੇ ਵਿੱਚ ਸਮਾਇਆ ਰਹਾ। ਕਰ ਕਿਰਪਾ ਪ੍ਰਭ ਆਪਣੀ ਜਨ ਧੂੜੀ ਸੰਗ ਸਮਾਓ। ਜਿਉਂ ਤੂੰ ਰਾਖੈ ਤਿਉਂ ਰਹਾ। ਕਿ ਜਿਵੇਂ ਤੂੰ ਮੈਨੂੰ ਰੱਖੇ ਮੈਂ ਉਵੇਂ ਹੀ ਰਹਾ, ਤੇਰੀ ਮਰਜ਼ੀ ਦੇ ਵਿੱਚ ਮੈਂ ਖੁਸ਼ ਰਹਾ। ਤੇਰਾ ਦਿੱਤਾ ਪੈਨਾ ਖਾਓ। ਕਿ ਜੋ ਤੂੰ ਮੈਨੂੰ ਦੇਤਾ ਉਹ ਮੈਂ ਖਾ ਲਵਾਂ, ਜੋ ਤੂੰ ਮੈਨੂੰ ਪਹਿਨਣ ਨੂੰ ਦੇ ਦਿੱਤਾ ਉਹ ਮੈਂ ਪਹਿਨ ਲਵਾਂ।
ਭਾਵ ਕਿ ਮੈਂ ਜਿੱਦਾਂ ਦੇ ਵੀ ਹਾਲਾਤਾਂ ਦੇ ਵਿੱਚ ਹੋਵਾਂ, ਜਿੱਦਾਂ ਦਾ ਵੀ ਮੈਨੂੰ ਖਾਣ ਪੀਣ ਨੂੰ ਪਹਿਨਣ ਨੂੰ ਮਿਲ ਜਾਏ, ਮੈਂ ਉਹਦੇ ਵਿੱਚ ਖੁਸ਼ ਰਵਾਂ। ਉਦਮ ਸੋਈ ਕਰਾਏ ਪ੍ਰਭ, ਮਿਲ ਸਾਧੂ ਗੁਣ ਗਾਓ। ਜੀਵਾਂ ਦੇ ਆਪਣੇ ਹੱਥ ਵੱਸ ਕੁਝ ਨਹੀਂ ਹੈ, ਉਦਮ ਸੋਈ ਕਰਾਏ। ਉਹਨਾਂ ਤੋਂ ਹਰ ਪ੍ਰਕਾਰ ਦਾ ਉਦਮ ਉਹ ਪਰਮਾਤਮਾ ਆਪ ਹੀ ਕਰਵਾਉਂਦਾ ਹੈ। ਇਸ ਕਰਕੇ ਸਾਧ ਜਣਾਂ ਦੇ ਵਿੱਚ ਮਿਲ ਕੇ ਉਸ ਪਰਮਾਤਮਾ ਦੇ ਗੁਣ ਗਾਉਣੇ ਚਾਹੀਦੇ ਹਨ। ਦੂਜੀ ਜਾਏ ਨਾ ਸੁਝਈ, ਕਿੱਥੈ ਕੂਕਣ ਜਾਓ। ਕਹਿੰਦੇ ਮੈਨੂੰ ਦੂਸਰੀ ਕੋਈ ਥਾਂ ਨਹੀਂ ਸੁਝਦੀ। ਦੂਜੀ ਜਾਏ ਤੋਂ ਭਾਵ ਜਗ੍ਹਾ, ਥਾਂ, ਦੂਜੀ ਥਾਂ ਨਹੀਂ ਸੁਝਦੀ। ਕਿੱਥੈ ਕੂਕਣ ਜਾਓ, ਜਿੱਥੇ ਜਾ ਕੇ ਕਿ ਮੈਂ ਆਪਦੇ ਦਿਲ ਦੀ ਵਿਥਿਆ ਸੁਣਾ ਸਕਾਂ, ਆਪਣਾ ਦੁੱਖ ਕੂਕ ਸਕਾਂ, ਕੂਕ ਕੇ ਆਪਣਾ ਦੁੱਖ ਬਿਆਨ ਕਰ ਸਕਾਂ। ਅਗਿਆਨ ਵਿਨਾਸ਼ਨ ਤਮ ਹਰਨ, ਉੱਚੇ ਅਗਮ ਅਮਾਓ। ਅਗਿਆਨ ਵਿਨਾਸ਼ਨ ਭਾਵ ਅਗਿਆਨਤਾ ਦਾ ਵਿਨਾਸ਼ ਕਰਨ ਵਾਲਾ, ਤੇ ਤਮ ਹਰਨ ਭਾਵ ਹਨੇਰੇ ਨੂੰ ਦੂਰ ਕਰਨ ਵਾਲਾ। ਅਗਮ ਤੋਂ ਭਾਵ ਅਪਹੁੰਚ, ਤੇ ਅਮਾਓ ਤੋਂ ਭਾਵ ਅਮਿਤ, ਜੋ ਕਿ ਸਭ ਦਾ ਹੀ ਮਿੱਤਰ ਹੈ। ਕਿ ਹੇ ਅਗਿਆਨਤਾ ਦਾ ਵਿਨਾਸ਼ ਕਰਨ ਵਾਲੇ, ਮੋਹ ਦੇ ਮਾਇਆ ਦੇ ਹਨੇਰੇ ਨੂੰ ਦੂਰ ਕਰਨ ਵਾਲੇ, ਸਭ ਤੋਂ ਉੱਚੇ, ਸਭ ਤੋਂ ਅਪਹੁੰਚ ਤੇ ਸਭ ਤੋਂ ਅਮਿਤ ਪਰਮਾਤਮਾ, ਮਨ ਵਿਛੜਿਆ ਹਰ ਮੇਲੀਆ, ਨਾਨਕ ਇਹ ਸੁਆਓ। ਨਾਨਕ ਤੇਰੇ ਅੱਗੇ ਬੇਨਤੀ ਕਰਦਾ ਹੈ ਕਿ ਉਹਦਾ ਮਨ ਜੋ ਪਰਮਾਤਮਾ ਤੋਂ ਭਾਵ ਤੇਰੇ ਤੋਂ ਵਿਛੜਿਆ ਹੋਇਆ ਹੈ, ਉਹਦੇ ਮਨ ਦੀ ਇਹ ਕਾਮਨਾ ਪੂਰੀ ਕਰਦੇ, ਉਹਦਾ ਮਨੋਰਥ ਪੂਰਾ ਕਰਦੇ ਕਿ ਉਹਦੇ ਮਨ ਨੂੰ ਆਪਣੇ ਚਰਨਾਂ ਦੇ ਨਾਲ ਜੋੜ ਲੈ। ਸਰਵ ਕਲਿਆਣਾ ਤਿਤ ਦਿਨ, ਹਰ ਪਰਸੀ ਗੁਰ ਕੇ ਪਾਓ। ਸਰਵ ਕਲਿਆਣਾ ਤਿਤ ਦਿਨ ਭਾਵ ਕਿ ਉਸ ਦਿਨ ਮੈਨੂੰ ਸਾਰੇ ਹੀ ਸੁੱਖ ਮਿਲ ਜਾਂਦੇ ਹਨ, ਜਿਸ ਦਿਨ ਕਿ ਹਰ ਪਰਸੀ ਗੁਰ ਕੇ ਪਾਓ, ਜਿਸ ਦਿਨ ਮੈਂ ਆਪਦੇ ਗੁਰੂ ਦੇ ਪੈਰੀਂ ਪੈਂਦਾ ਹਾਂ, ਗੁਰੂ ਦੇ ਪੈਰਾਂ ਨੂੰ ਛੂੰਹਦਾ ਹਾਂ। ਸੋ ਇਸ ਦੇ ਨਾਲ ਹੀ ਦਿਨ ਰੈਣ ਦੇ ਪਾਠ ਦੀ ਸਮਾਪਤੀ ਹੁੰਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 137ਵੇਂ ਪੰਨੇ ਤੋਂ ਰਾਗ ਮਾਝ ਦੇ ਵਿੱਚ ਵਾਰ ਦੀ ਸ਼ੁਰੂਆਤ ਹੋਣੀ ਹੈ, ਜੋ ਆਪਾਂ ਕੱਲ੍ਹ ਦੀ ਵੀਡੀਓ ਤੋਂ ਸ਼ੁਰੂ ਕਰਾਂਗੇ। ਦਿਨ ਰੈਣ ਦਾ ਜੋ ਪਾਠ ਹੈ, ਉਹਦਾ ਮੁੱਖ ਮੰਤਵ ਹੀ ਇਹ ਹੈ ਕਿ ਸਾਨੂੰ ਦਿਨ ਰਾਤ ਉਸ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ, ਉਸ ਪਰਮਾਤਮਾ ਦੇ ਨਾਲ ਮਿਲਾਪ ਬਣਾ ਕੇ ਰੱਖਣਾ ਚਾਹੀਦਾ ਹੈ। ਉਸ ਪਰਮਾਤਮਾ ਤੋਂ ਵਿਛੜਿਆ ਜਿਹੜਾ ਵੀ ਮਨ ਉਸ ਪਰਮਾਤਮਾ ਤੋਂ ਵਿਛੜਿਆ ਰਹਿੰਦਾ ਹੈ, ਉਹ ਸੁਖੀ ਨਹੀਂ ਰਹਿੰਦਾ, ਉਹ ਮਨ ਅਸ਼ਾਂਤ ਰਹਿੰਦਾ ਹੈ। ਸੋ ਆਓ ਉਸ ਪਰਮਾਤਮਾ ਦੇ ਅੱਗੇ ਅਰਦਾਸ ਕਰੀਏ ਕਿ ਸਾਨੂੰ ਇੰਨੀ ਕੁ ਸਮਝ ਦੇ ਕਿ ਅਸੀਂ ਜੋ ਵੀ ਤੂੰ ਸਾਨੂੰ ਦੇਵੇਂ ਉਹਦੇ ਵਿੱਚ ਖੁਸ਼ ਰਹੀਏ, ਆਪਦੀਆਂ ਮਨੋਕਾਮਨਾਵਾਂ ਨੂੰ ਟਿਕਾ ਕੇ ਰੱਖੀਏ, ਉਹਨਾਂ ਨੂੰ ਵਧਣ ਨਾ ਦੇਈਏ। ਇਹ ਨਾ ਹੋਵੇ ਕਿ ਇੱਕ ਚੀਜ਼ ਸਾਨੂੰ ਮਿਲੀ ਤੇ ਦੂਜੀ ਦੀ ਤਾਂਘ ਸਾਡੇ ਮਨ ਦੇ ਵਿੱਚ ਪੈਦਾ ਹੋ ਜਾਵੇ। ਜੋ ਵੀ ਸਾਨੂੰ ਮਿਲਿਆ ਹੈ ਉਹਦੇ ਵਿੱਚ ਅਸੀਂ ਖੁਸ਼ ਰਹੀਏ। ਜਿਸ ਤੂੰ ਰਾਖੈਂ ਤਿਉ ਰਹਾ, ਤੇਰਾ ਦਿੱਤਾ ਪੈਨਾ ਖਾਓ। ਇਸ ਪੰਕਤੀ ਦੇ ਆਧਾਰ ਦੇ ਵਿੱਚ ਅਸੀਂ ਰਹੀਏ, ਇਸ ਪੰਕਤੀ ਦੇ ਅਰਥਾਂ ਦੇ ਵਿੱਚ ਅਸੀਂ ਰਹੀਏ। ਜੇ ਅਸੀਂ ਐਸਾ ਕਰਨ ਦੇ ਵਿੱਚ ਸਫਲ ਹੋ ਜਾਈਏ ਤਾਂ ਸਾਡੀ ਜ਼ਿੰਦਗੀ ਵੀ ਸਫਲ ਹੋ ਜਾਣੀ ਹੈ, ਸਾਡਾ ਮਨ ਵੀ ਹਮੇਸ਼ਾ ਸ਼ਾਂਤ ਰਹੇਗਾ, ਦੁੱਖ ਨੂੰ ਅਸੀਂ ਭੁੱਲ ਹੀ ਜਾਵਾਂਗੇ। ਇਸੇ ਸੰਦੇਸ਼ ਦੇ ਨਾਲ ਹੀ ਫਤਿਹ ਬੁਲਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।